पहाड़ी गांव बोल बदमाणिया के जंगलों में जंगलात विभाग की मिली भुगत से पिछले लंबे समय से हो रही अवैध कटाई को कवर करने गए पत्रकारों की टीम तलवाड़ा पर वन माफिया द्वारा घातक हमला किया गया और घायल कर दिया गया। साप्ताहिक पंजाबी अखबार के पत्रकार बलदेव राज हमले में गंभीर रूप से घायल हो गए हैं, जबकि 2 अन्य पत्रकार भी घायल हैं। बलदेव राज तोहलू, जिनका स्थानीय BBMB अस्पताल में इलाज चल रहा है, ने कहा है कि वह कल 2 अन्य पत्रकारों के साथ गांव बोल बदमाणिया के जंगलों में कथित तौर पर चल रही चील के पेड़ों की अवैध कटाई को कवर करने गए थे। बलदेव राज ने जानकारी देते हुए कहा कि पिछले दिनों उन्होंने अपनी अखबार में चीड़ चोरी संबंधी खबर प्रकाशित की थी, जिस पर वन विभाग का गार्ड अश्विनी कुमार उनके पास आया और उन्हें आगे से खबर न लगाने के लिए कहा, परंतु उन्होंने इनकार कर दिया, जिससे अश्विनी कुमार ने स्थानीय वन माफिया द्वारा साजिश के तहत हमारे ऊपर हमला किया है। इस हमले में उनकी आंख और शरीर के अन्य हिस्सों पर गंभीर चोटें आई हैं, तो उसने पत्रकारों की बात का जवाब देने की बजाय हमसे अभद्र व्यवहार किया और कार्रवाई करने की बात कही। मुकेरिया से KRT न्यूज नेटवर्क के लिए पत्रकार जसवीर सिंह पुरेवाल की खास रिपोर्ट। इल्जाम लगा रहा है जिस बंदे ते हमला होया भी उन्होंने ही करवाया था। मैं भाजी 4 ਜ਼ਿਲ੍ਹੇ ਨੂੰ ਮੈਨੂੰ ਅੱਜ ਮਿਤੀ ਅੱਜ ਤਰੀਕ ਅੱਜ 13 ਤਰੀਕ ਹੈ ਭਾਜੀ, ਠੀਕ ਹੈ। 13 ਤਰੀਕ ਮੈਨੂੰ ਅੱਜ 10 ਜਾਂ 11 ਦਿਨ ਹੋ ਗਏ 4 ਜ਼ਿਲ੍ਹੇ ਨੂੰ ਹਜੇ। ਹਾਲਾਂਕਿ ਮੈਨੂੰ ਹਲੇ 2 ਏਰੀਏ ਮੇਰੇ ਪਾਸ ਹੈ ਜੀ, ਕਿ ਇੱਥੇ ਦਾ ਇੱਕ ਉਧਰ 10-15 ਕਿਲੋਮੀਟਰ ਦੂਰ ਹੈ ਜੀ। ਮੈਨੂੰ ਉੱਥੇ ਦੀਆਂ ਚੋਈਆਂ ਦਾ ਨਹੀਂ ਪਤਾ, ਮੈਨੂੰ ਉੱਥੇ ਦੇ ਜੰਗਲ ਦੇ ਈਵਨ ਕਿ ਮੈਨੂੰ ਉੱਥੇ ਦੇ ਪਿੰਡਾਂ ਦਾ ਵੀ ਨਾਂ ਹਜੇ ਨਹੀਂ ਪਤਾ, ਕਿਉਂਕਿ ਜੋ ਮੈਂ ਟੁੱਲੂ ਸਾਹਿਬ ਤੋਂ ਉੱਥੇ ਗਿਆ ਸੀ ਦੁਕਾਨ 'ਤੇ, ਉਹਨਾਂ ਨੂੰ ਮੈਂ ਸਿਰਫ ਆਪਣੀ ਇਹ ਅਰਜ਼ ਲੈਣ ਗਿਆ ਸੀ ਕਿ ਇੱਕ ਤਾਂ ਪਹਿਲੇ ਨੰਬਰ ਤਰਮੈਨੀਆਂ ਦੇ ਸੀ ਫੋਟੋਆਂ ਅਖਬਾਰ 'ਚ ਲਗਵਾਉਣੀਆਂ ਸੀਗੀਆਂ ਜੀ। ਸਾਨੂੰ ਟਾਰਗੇਟ ਮਿਲਿਆ ਪਿਆ 20 ਤਰਮੈਨੀਆਂ ਲਾਉਂਦੀਆਂ, 3 ਤਰਮੈਨੀਆਂ ਗਾਰਡ ਵਾਈਜ਼ ਜੀ, ਠੀਕ ਹੈ। ਇੱਕ ਉਹਨਾਂ ਨੂੰ ਅਰਦਾਸ ਇਹ ਲਾਈ ਸੀ ਹੱਥ ਜੋੜ ਕੇ, ਮੈਂ ਕਿਹਾ ਜਨਾਬ ਮੈਨੂੰ ਨਵਾਂ ਚਾਰਜ ਮਿਲਿਆ, ਠੀਕ ਹੈ। ਕਈ ਦਿਨਾਂ ਤੋਂ ਟੁੱਲੂ ਸਾਹਿਬ ਪਾਂਡੇ ਸੀ ਫੋਟੋਆਂ ਦੇ ਵਿੱਚ, ਮੈਂ ਉਹਨਾਂ ਨੂੰ ਦਫ਼ਤਰ ਆਪਣਾ ਇਹ ਨਹੀਂ ਹੈਗਾ ਜੀ ਚਰਚ ਮੋਰੇ ਇਹ ਪ੍ਰੈਸ ਰਿਪੋਰਟਰ ਸ਼ਰਮਾ ਜੀ, ਉਹਨਾਂ ਸੋਨੇ ਵੀ ਹੱਥ ਜੋੜੇ। ਮੈਂ ਕਿਹਾ ਸਰ ਮੈਨੂੰ ਇਹ ਜੰਗਲਾਂ ਦਾ ਨਹੀਂ ਪਤਾ, ਮੈਨੂੰ ਪੁੱਛਣ ਦੀ ਕਟਾਈਆਂ ਕਿੱਦਾਂ ਨਹੀਂ। ਮੈਂ ਸਰ ਕਈਆਂ ਦਾ ਡੀਲਿਸਟ ਰਖਵਾ ਹੋਊਗਾ, ਕਈਆਂ ਦੀ ਡੈਮ ਰਿਪੋਰਟਾਂ ਕੱਟੀਆਂ, ਕਈਆਂ ਦਾ ਪਰਮਿਟ ਬਣਿਆ ਹੋਊਗਾ, ਮੈਨੂੰ ਇਸ ਚੀਜ਼ ਬਾਰੇ ਸਰ ਕੁਛ ਨਹੀਂ ਪਤਾ। ਮੈਨੂੰ 10-11 ਦਿਨ ਹੋਏ 4 ਜ਼ਿਲ੍ਹੇ ਨੂੰ ਜੀ, ਅਤੇ ਉਹਦੇ ਅਕੋਰਡਿੰਗ ਮੈਂ ਇਹਨਾਂ ਨੂੰ ਸਿਰਫ ਆਪਣੀ ਪ੍ਰਾਰਥਨਾ ਲੈ ਗਿਆ ਸੀਗਾ ਕਿ ਸਰ ਮੈਨੂੰ ਥੋੜ੍ਹਾ ਜਿਹਾ ਮੇਰੀ ਪਲਾਂਟੇਸ਼ਨ ਦਾ ਸੀਜ਼ਨ ਚੱਲਿਆ ਕਰਦਾ ਪਿਆ, ਅਸੀਂ ਬੂਟੇ ਲਾਣੇ ਆ, ਰੇਨਿੰਗ ਸੀਜ਼ਨ ਖਤਮ ਹੋ ਰਿਹਾ ਜੀ। ਇਸ ਸੰਬੰਧੀ ਤੁਸੀਂ ਆਪਣੇ ਦਫ਼ਤਰ ਨਾਲ ਕਿਉਂ ਨਹੀਂ ਸੰਪਰਕ ਕੀਤਾ, ਪੱਤਰਕਾਰ ਦੇ ਨਾਲ ਰਾਬਤਾ ਕਿਉਂ ਕਰਨਾ ਪੈ ਗਿਆ? ਪੱਤਰਕਾਰ ਭਾਈ ਦਾ ਮੇਰਾ ਦੇਖੋ ਨਾ, ਆਹ ਦੇਖੋ ਮੇਰੇ ਪਾਸ ਹੈ ਉਹਨਾਂ ਦੀਆਂ ਜਿਹੜੀਆਂ ਸੈਂਡ ਕੀਤੀਆਂ ਵੀਡੀਓ ਵੀ ਹਰੇਕ ਵੇਲੇ ਸੈਂਡ ਕਰਦੇ ਆ ਜੀ। ਮੈਂ ਉਹਨਾਂ ਦੇ ਇਸ ਕਰਕੇ ਅਕੋਰਡਿੰਗ ਉਹਨਾਂ ਨੂੰ ਮਿਲਣ ਗਿਆ ਸੀਗਾ। ਜੋ ਤੁਹਾਨੂੰ ਉਹਨਾਂ ਨੇ ਵੀਡੀਓ ਰਿਕਾਰਡਿੰਗ ਸੈਂਡ ਕੀਤੀਆਂ ਉੱਤੇ ਤੁਸੀਂ ਕੀ ਕਾਰਵਾਈ ਕੀਤੀ? ਭਾਜੀ ਉਹਨਾਂ ਦੀ ਇਨਵੈਸਟੀਗੇਸ਼ਨ ਚੱਲਿਆ ਕਰਦੀ, ਡੀਲਿਸਟਡ ਹੈ ਨਹੀਂ ਹੈ ਜੀ। ਮੈਨੂੰ 10 ਦਿਨ ਹੋ ਗਏ ਭਾਜੀ 4 ਜ਼ਿਲ੍ਹੇ ਨੂੰ ਜੀ, ਮੇਰੇ ਤੋਂ 2 ਏਰੀਏ ਹੈ, ਪਲਾਂਟੇਸ਼ਨ ਸੀਜ਼ਨ ਚੱਲਿਆ ਕਰਦਾ ਮਾਲਕੋ। ਆਹ ਦੇਖੋ ਫਾਇਰ ਸੀਜ਼ਨ ਤੋਂ ਬਾਅਦ ਤਾਂ ਕੋਈ ਵੀ ਪਰਮਿਸ਼ਨ ਨਹੀਂ ਹੈ ਕਟਾਉਣ ਦੀ? ਨਹੀਂ ਜੀ। ਪਰ ਕੱਲ ਜਦੋਂ ਅਸੀਂ ਮੌਕੇ ਤੇ ਉੱਥੇ ਦੇਖਿਆ, ਉੱਥੇ ਗੱਡੀ ਲਦਾਈ ਮੈਨੂੰ ਤੁਸੀਂ ਫੋਨ ਕੀਤਾ ਸੀਗਾ ਮੈਨੂੰ, ਗੱਲ ਸੁਣੋ ਪਹਿਲਾਂ। ਮੈਂ ਤੁਹਾਨੂੰ ਉਹਦਾ ਜਵਾਬ ਦੇ ਦਿੰਦਾ ਜੀ। ਤੁਸੀਂ ਫੋਨ ਕੀਤਾ ਸੀ ਨਾ ਮੈਨੂੰ। ਕੁਐਸਚਨ ਸੁਣੋ। ਹਾਂਜੀ, ਜਦੋਂ ਅਸੀਂ ਮੌਕੇ ਤੇ ਉੱਥੇ ਗਏ, ਉੱਥੇ ਬਕਾਇਦਾ ਇੱਕ ਗੱਡੀ ਭਰੀ ਪਈ ਹੈ ਲੱਕੜ ਦੀ, ਭਰ ਕੇ ਸੁਣੋ ਪਹਿਲਾਂ ਗੱਲ ਸੁਣੋ, ਲੱਕੜ ਭਰੀ ਹੈ, ਕਟਾਈ ਚੱਲ ਰਹੀ ਹੈ, ਪੈਟਰੋਲ ਕਟਰ ਮਸ਼ੀਨ ਚੱਲ ਰਹੀ ਹੈ ਉੱਥੇ। ਕਿਹੜੇ ਪਿੰਡ 'ਚ ਜੀ? ਪਿੰਡ ਭੋਲ ਬਦਮਾਣੀ 'ਚ। ਤੇ ਜਦੋਂ ਅਸੀਂ ਉਹਨਾਂ ਨੂੰ ਪੁੱਛਿਆ ਉਹ ਗੱਡੀ ਉਹ ਭਜਾ ਕੇ ਲੈ ਗਏ। ਜੇ ਕਿਸੇ ਗੱਲੋਂ ਭਜਾ ਕੇ ਲੈ, ਲੇਬਰ ਕਟਾਨ ਸਭ ਕਰ ਬੰਦੇ ਉੱਥੇ ਸੀਗੇ, ਸਾਰੇ ਦੌੜ ਗਏ। ਅੱਛਾ ਜੀ। ਜਦੋਂ ਅਸੀਂ ਉਹਨਾਂ ਨੂੰ ਬੁਲਾਇਆ, ਉਹਨਾਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਮਹਿਕਮੇ ਨੂੰ ਇਸ ਚੀਜ਼ ਸਾਰੀ ਜਾਣਕਾਰੀ ਹੈ, ਜਿਹੜਾ ਤੁਹਾਡੇ ਗਾਰਡ ਦਾ ਨਾਮ ਲਿਆ ਕਿ ਉਹ ਸਾਡੇ ਇਸ ਟਾਈਮ ਘਰੇ ਬੈਠਾ ਹੈ। ਉਹਨਾਂ ਵੱਲੋਂ ਇਹ ਗੱਲ ਕਹੀ ਗਈ। ਮੇਰੀ ਨੌਲੇਜ ਕੁਛ ਨਹੀਂ ਜੀ। ਤਸਕਰ ਉੱਥੇ ਆਹੀਂ ਫੜੇ ਮੌਕੇ ਤੇ। ਤੁਸੀਂ ਉੱਥੇ ਵੀ ਸਰ ਮੈਨੂੰ ਜੇ ਤੁਸੀਂ ਸੀਗੇ ਜਿੱਦਾਂ ਹੁਣ ਲਾਈਵ ਚੱਲਦੇ ਪਿਓ, ਤੁਸੀਂ ਮੇਰੀ ਬਾਂਹ ਫੜ ਕੇ ਉੱਥੇ ਲੈ ਕੇ ਜਾਂਦੇ, ਲਾਈਵ ਕੈਮਰਾ ਲੈ ਕੇ ਜਾਂਦੇ ਨਾਲ ਮੈਨੂੰ। ਤੁਸੀਂ ਮੈਨੂੰ ਫੋਨ ਤੇ ਰਾਬਤਾ ਕੀਤਾ? ਮੇਰੀ ਫੋਨ ਤੇ ਤੁਸੀਂ ਇਹ ਗੱਲ ਕੀਤੀ, ਗੋਰੀ ਸ਼ੰਕਰ ਦਾ ਨਾਂ ਲਿਆ ਕਿ ਗੋਰੀ ਸ਼ੰਕਰ ਦਾ, ਮੈਨੂੰ ਪੁੱਛਿਆ ਧਰਮਪੁਰ ਉਹਨਾਂ ਦਾ ਆਰਾ, ਮੈਂ ਜੀ ਉਹ ਮੇਰੇ ਏਰੀਏ 'ਚ ਨਹੀਂ ਹੈ। 2 ਬੰਦਿਆਂ ਦਾ ਨਾਮ ਹੈ ਗੋਰੀ, ਇੱਕ ਮਾਨ ਸਿੰਘ ਕੋਈ ਨਾਂ ਲਿਆ ਗਿਆ। ਹਾਂ ਬਿਲਕੁਲ ਸਰ, ਮੈਂ ਕਹਿੰਦਾ ਪ੍ਰੂਫ ਹੈ, ਕੱਢੋ ਇਹ ਸਾਰੇ ਮਤਾ ਰਜਿਸਟਰ ਦੇਖ ਕੇ ਫਿਰ ਦੱਸੋ ਸਰ। ਮਤਾ ਰਜਿਸਟਰ ਨਹੀਂ ਹੁੰਦਾ, ਤੁਸੀਂ ਇਹ ਗੱਲ ਕੀਤੀ ਸੀ ਕਿ ਹਾਂ ਵੀ ਆਰਾ ਚੱਲਦਾ ਪਿਆ, ਗੋਰੀ ਸ਼ੰਕਰ ਦਾ ਆਰਾ ਜੀ, ਇਹ ਧਰਮ, ਮੈਂ ਕਿਹਾ ਜੀ ਧਰਮਪੁਰ ਦਾ, ਪਰ ਫੇਰ ਵੀ ਕਾਈਂਡ ਇਨਫੋਰਮੇਸ਼ਨ ਲਈ ਮੈਂ ਕਿਹਾ ਜੀ ਮੈਨੂੰ ਇਸ ਗੱਲ ਦਾ ਪਤਾ ਨਹੀਂ ਹੈ ਕਿ ਧਰਮਪੁਰ ਦਾ ਇਹ ਗੋਰੀ ਸ਼ੰਕਰ ਦਾ ਆਰਾ ਧਰਮਪੁਰ 'ਚ ਹੈ। ਫੇਰ ਵੀ ਜੇ ਤੁਸੀਂ ਸਟਾਕ ਰਜਿਸਟਰ ਚੈੱਕ ਕਰਨਾ ਵਾ, ਉਹਦਾ ਰਜਿਸਟਰ ਚੈੱਕ ਕਰ ਲਓ। ਮੈਂ ਕਿਹਾ ਤੁਸੀਂ ਜੀ ਕਿੱਥੋਂ ਮਾਲ ਆਇਆ ਕਿੱਥੋਂ ਨਹੀਂ ਆਇਆ ਸਰ।
ਉਹਦੀ ਚੈਕਿੰਗ ਚੱਲਿਆ ਕਰਦੀ ਜੀ। ਜੇ ਡੀਲਿਸਟਡ ਹੈ ਰਕਬਾ ਡੀਲਿਸਟਡ ਉਹਨੂੰ ਗਿਣਾਂਗੇ, ਜੇ ਟਾਈਮ ਰਿਪੋਰਟ ਜਿਹੜੀਆਂ ਕੱਟੀਆਂ ਉਹਦਾ ਅਲੱਗ ਮੈਟਰ ਕੱਟਾਂਗੇ ਜੀ, ਜੇ ਜਿਹਦੇ ਪਰਮਿਟ ਬਣੇ ਉਹਨਾਂ ਦਾ ਅਲੱਗ ਜੀ। ਮੈਨੂੰ ਸਰ 10 ਮੈਂ ਅੱਜ 10 ਦਿਨ ਵੀ ਨਹੀਂ ਹੈ ਸਰ ਮੇਰੇ ਕੋਲ ਹੋਏ ਜੀ। ਜਿਹੜੀ ਗੱਡੀ ਦੀ ਕੱਲ ਅਸੀਂ ਫੜੀ ਆ ਉੱਤੇ ਕੀ ਕਾਰਵਾਈ ਹੁਣ ਕਰੋ? ਸਰ ਮੈਂ ਕਾਰਵਾਈ ਕਰਾਂਗਾ, ਮੈਨੂੰ ਜਾਣ ਦਿਓ ਉਧਰ। ਗਿਆ ਤਾਂ ਹਜੇ ਹੈ ਨਹੀਂ ਕਿ ਤੁਹਾਡੇ ਚੋਂ ਕਿਸੇ ਸੱਜਣ ਬਾਊ ਜੀ ਦਾ ਮੈਨੂੰ ਫੋਨ ਆਇਆ, ਕਹਿੰਦੇ ਰੁਕੋ, ਤੇ ਮੈਂ ਇੱਥੇ ਮੈਂ ਇਹਨਾਂ ਦਾ ਅਦਰਵਾਈਜ਼ ਜਾਣ। ਮੈਂ ਕਿਹਾ ਕਹਿੰਦੇ ਤੁਸੀਂ ਕਿੰਨੀ ਦੇਰ ਰੁਕ ਸਕਦੇ ਹੋ? ਮੈਂ ਕਿਹਾ ਜਨਾਬ ਉਹਨਾਂ ਨੇ ਜਿੰਨੀ ਦੇਰ ਰੁਕਣਾ ਜੀ ਆਪਾਂ ਰੁਕ ਲੈਂਦੇ। ਕਿਉਂਕਿ ਤਸਕਰਾਂ ਦੇ ਜਿਹੜੇ ਹੌਸਲੇ ਇੰਨੇ ਬੁਲੰਦ ਹੈ ਕਿ ਮੈਂ ਆਪਣੀ ਮਹਿਕਮੇ ਦੀ ਵੀ ਪਰਵਾਹ ਨਹੀਂ ਕਰਦੇ। ਮੈਂ ਆਪਣੀ ਉਹਨਾਂ ਦੀ ਗੱਡੀ ਦਾ ਨੰਬਰ ਸਾਡੇ ਕੋਲ ਆ, ਉਹਨਾਂ ਬੰਦਿਆਂ ਦੀ ਆਪਣੀ ਡਿਊਟੀ ਸਾਡੇ ਕੋਲ ਆ, ਤੁਸੀਂ ਹੁਣ ਕੀ ਕਾਰਵਾਈ ਕਰੋ? ਬਿਲਕੁਲ ਬਿਲਕੁਲ ਜੀ, ਉਹਦੀ ਮੈਂ ਬੰਦੀ ਕਾਰਵਾਈ ਜੋ ਵੀ ਆਪਣੇ ਬਲਾਕ ਅਫਸਰ ਨੂੰ ਲੈ ਕੇ ਆਪਣੇ ਸੀਨੀਅਰ ਅਫਸਰ ਨੂੰ ਨਾਲ ਲੈ ਕੇ ਕਾਰਵਾਈ ਕਰਾਂਗਾ ਜੀ ਉਹਦੀ। ਅਜੇ ਜੀ ਕੀ ਮਾਮਲਾ ਹੈ ਜਿਹੜਾ ਤੁਹਾਡੇ ਉੱਤੇ ਹਮਲਾ ਕੀਤਾ ਗਿਆ ਸੀ ਬੰਦ ਤਸਕਰਾਂ ਨੇ? ਸਰ ਜੀ ਸਾਨੂੰ ਸਾਡੇ ਜਿਹੜੇ ਵਿਸ਼ਵਸਨੀय ਸੂਤਰ ਹੈ ਉਹਨਾਂ ਕੋਲੋਂ ਪਤਾ ਲੱਗਿਆ ਕਿ ਇਹ ਭੋਲ ਬਧਵਾਣੀ ਹੈ ਜਿਹੜਾ ਸਾਡਾ ਕੰਢੀ ਦਾ ਏਰੀਆ, ਜੰਗਲੀ ਏਰੀਆ, ਕਿ ਉੱਥੇ ਬੜੇ ਸਤਰ ਪਰ ਚੀਲਾਂ ਦੀ ਕਟਾਈ ਹੋਈ ਹੈ ਜਿਹੜੀ ਦਫਾ 4 ਔਰ 5 'ਚ ਪੈਂਦੀ ਹੈ। ਅੱਛਾ, ਅਸੀਂ ਉਹਦੀ 3 ਪੱਤਰਕਾਰ ਅਸੀਂ ਇਕੱਠੇ ਹੋ ਗਏ ਕਿਉਂਕਿ ਏਰੀਆ ਥੋੜਾ ਖਰਾਬ ਹੈ ਜੀ, ਲੋਕੀ ਤੁਹਾਨੂੰ ਪਤਾ ਹੀ ਹੈ ਤਸਕਰ ਆਦਮੀਆਂ ਦਾ। 3 ਪੱਤਰਕਾਰ ਅਸੀਂ ਇਕੱਠੇ ਹੋ ਕੇ ਕਵਰੇਜ ਕਰਨ ਗਏ ਜੀ। ਰਾਹ ਵਿੱਚ ਜਿਲੇ ਅਸੀਂ 2 ਪੱਤਰਕਾਰ ਤੀਜੇ ਦੇ ਪਹੁੰਚੇ ਆਫਿਸ 'ਚ, ਤੇ ਉੱਥੇ ਬੈਠਾ ਸੀਗਾ ਅਸ਼ਵਨੀ ਗਾਰਡ ਜਿਹਦੇ ਕੋਲੋਂ ਏਰੀਆ ਹੈ। ਸਾਡੀ ਇਹਨੇ ਮਿਹਨਤ ਕੀਤੀ ਵੀ ਤੁਸੀਂ ਨਾ ਲਿਓ, ਮੇਰੀ ਨੌਕਰੀ ਦਾ ਸਵਾਲ ਹੈ, ਮੇਰਾ ਇੱਦਾਂ ਮੇਰਾ ਉੱਦਾਂ। ਅਸੀਂ ਨਹੀਂ ਮੰਨੇ ਜੀ। ਇਸ ਬੰਦੇ ਨੇ ਛੜਯੰਤਰ ਰਚਿਆ, ਪਹਿਲੇ ਜਾ ਕੇ ਇਹਦੇ ਨਾਲ ਇੱਕ ਹੋਰ ਲੋਕਲ ਗਾਰਡ ਜਿਹੜਾ ਹੁੰਦਾ ਹੈ ਸੋਹਣ ਲਾਲੋ ਸੀਗਾ, ਇਹਨੂੰ ਉਹਨਾਂ ਨੂੰ ਭੇਜ ਕੇ ਤੇ ਮੌਕੇ ਤੇ ਜਿਹੜੇ ਸਾਰੇ ਬੰਦੇ ਅਲਰਟ ਕਰ ਦਿੱਤੇ। ਅਲਰਟ ਕਰਕੇ ਨੇ ਇਹ ਕਿਹਾ ਕਿ ਜਿਹੜੀ ਲੋਕੇਸ਼ਨ ਹੈ ਜਿੱਥੇ ਕਟਾਈ ਹੋਈ ਹੈ ਇਹ ਬੰਦੇ ਪਹੁੰਚੇ ਨਹੀਂ ਹੈ। ਜਿਸ ਲਈ ਅਸੀਂ ਗਏ ਹਾਂ 2-3 ਜਗ੍ਹਾ ਜਿੱਥੋਂ ਜੰਗਲ ਅੰਦਰ ਜਾਣੇ ਨੂੰ, ਉੱਥੇ ਬੰਦੇ ਖੜੇ ਸੀਗੇ ਅਨਨੋਨ। ਉਸ ਰਸਤੇ ਅਸੀਂ ਨਹੀਂ ਗਏ ਜਿੱਥੋਂ ਅਸੀਂ ਗਏ ਹਾਂ। ਹਾਲੇ ਟੋਟਲੀ 500 ਮੀਟਰ ਅਸੀਂ ਜੰਗਲ 'ਚ ਪਏ ਹਾਂ, ਜਿੱਥੇ ਇੱਕ ਲੇਡੀਜ਼, 2 ਉਹਦੇ ਇੱਕ ਬੇਟਾ ਉਹਦਾ ਤੇ ਇੱਕ ਕੋਈ ਹੋਰ ਸੀਗਾ ਨਾਲ ਜੀ। ਉਹਨਾਂ ਨੇ ਦਸਤੀ ਹਥਿਆਰ ਫੜੇ ਸੀਗੇ ਜਿਨ੍ਹਾਂ ਨਾਲ ਸਾਡੇ ਤੇ ਉਹਨਾਂ ਨੇ ਹਮਲਾ ਕਰ ਦਿੱਤਾ ਜੀ। ਮਤਲਬ ਕਿਸਮ ਦਾ ਜਾਨੋਂ ਮਾਰਨ ਦਾ ਹੀ ਉਹਨਾਂ ਦਾ ਪਲਾਨ ਸੀਗਾ। ਜਨਾਨੀ ਨੇ ਲਲਕਾਰਿਆ ਇਹਨਾਂ ਨੂੰ ਜਾਣ ਨਹੀਂ ਦੇਣਾ ਅੱਜ ਸੁੱਕੇ, ਤੇ ਰੋਜ਼ ਹੀ ਸਾਡੀਆਂ ਖਬਰਾਂ ਲਾਉਂਦੇ ਇੱਦਾਂ ਬੋਲਿਆ, ਤੇ ਉਹਨਾਂ ਨੇ ਸਾਡੇ ਤੇ ਹਮਲਾ ਕਰਤਾ ਜੀ। ਜਿਹਦੇ ਵਿੱਚ ਸਾਡਾ ਇੱਕ ਪੱਤਰਕਾਰ ਸਾਥੀ ਜਿਹੜਾ ਹੈ ਉਹ ਗੰਭੀਰ ਰੂਪ 'ਚ ਦਾਖਲ ਹੋਇਆ। ਉਹਦੀ ਅੱਖ 'ਚ ਇੰਨੀ ਕੁ ਜ਼ਬਰਦਸਤ ਸੱਟ ਲੱਗੀ, ਪਤਾ ਨਹੀਂ ਹਜੇ ਮੈਡੀਕਲ ਰਿਪੋਰਟ ਨਹੀਂ ਆਈ। ਉਹਦੀ ਅੱਖ ਡੈਮੇਜ ਦੇ ਜੋ ਸਕੋਪ ਹੈਗੇ ਕਿ ਡੈਮੇਜ ਹੀ ਨਾ ਹੋ ਗਈ। ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿਉਂਕਿ ਇਹਨਾਂ ਲੋਕਾਂ ਦੀ ਕੋਸ਼ਿਸ਼ ਸੀਗੀ ਵੀ ਸੱਚ ਉਜਾਗਰ ਨਾ ਹੋਏ। ਇਹ ਜਿਹੜੀ ਖੇਲ ਚੱਲੀ ਦੀ ਹੈ ਚੋਰਾਂ ਦੀ, ਇਹ ਬੜੀ ਪੁਰਾਣੀ ਹੈ ਜੀ। ਇਹ ਗਰਮੀਆਂ 'ਚ ਆ ਕੇ ਜੰਗਲਾਂ ਨੂੰ ਅੱਗ ਲਾ ਦਿੰਦਾ, ਵਿਭਾਗ ਲਵਾਉਂਦਾ ਹੈ ਜੀ। ਅਕਸਰ ਹਰ ਸਾਲ ਜਿਸਲੇ ਗਰਮੀ ਪੈਂਦੀ ਹੈ ਜੰਗਲਾਂ 'ਚ ਸਿਰਫ ਇਹ ਬੂਟੇ ਜਿਹੜੇ ਵੱਡੇ ਦੇ ਹੁੰਦੇ ਆ ਉਹਨੂੰ ਖਤਮ ਕਰਨ ਵਾਸਤੇ, ਉਹਦੇ ਸਬੂਤ ਖਤਮ ਕਰਨ ਵਾਸਤੇ ਖੁਦ ਵਿਭਾਗ ਨਾਲ ਮਿਲ ਕੇ ਹਰ ਸਾਲ ਸਾਡੇ ਜੰਗਲਾਂ 'ਚ ਅੱਗ ਲੱਗਦੀ ਹੈ। ਠੀਕ ਹੈ, ਇਹ ਸਿਰਫ ਜਿਹੜਾ ਸਾਡੇ 'ਤੇ ਹਮਲਾ ਹੋਇਆ ਸਿਰਫ ਇਸ ਕਰਕੇ ਹੋਇਆ ਕਿ ਇਹ ਸਾਡੀ ਤਸਕਰੀ ਜਿਹੜੀ ਅਸੀਂ ਮਿਲੀ ਭਗਤ ਕਰਕੇ ਵਿਭਾਗ ਨੇ ਕਰਵਾਇਆ ਜੀ ਉਹਨਾਂ ਲੋਕਾਂ ਨਾਲ। ਅਸੀਂ ਪ੍ਰਸ਼ਾਸਨ ਕੋਲੋਂ ਮੰਗ ਕਰਦੇ ਹਾਂ ਕਿ ਇੱਦਾਂ ਦੇ ਜਿਹੜੇ ਲੋਕ ਹੈਗੇ ਆ ਉਹਨਾਂ 'ਤੇ ਬਣਦੀ ਜਿਹੜੀ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਏ, ਤਾਂ ਕਿ ਆਇੰਦਾ ਕੋਈ ਵੀ ਜਿਹੜੇ ਸਾਡੇ ਵਰਗਾ ਪੱਤਰਕਾਰ ਸਾਥੀ ਸਾਡਾ ਹੋਰ ਵੀ ਸੱਚ ਦੀ ਆਵਾਜ਼ ਚੱਕਣ ਦੀ ਕੋਸ਼ਿਸ਼ ਕਰੇ ਤੇ ਉਹਨੂੰ ਕੋਈ ਸਮੱਸਿਆ ਨਾ ਪੈਦਾ ਹੋਏ। ਹਾਂਜੀ, ਬਲਦੇਵ ਰਾਜ। ਬਲਦੇਵ ਜੀ ਕੀ ਵਾਕਿਆ ਹੋਇਆ ਸਾਰਾ ਤੁਹਾਡੇ ਜਿਹੜੇ ਤੁਸੀਂ ਕੱਲ ਕਵਰਿੰਗ ਕਰਨ ਗਏ ਸੀਗੇ? ਸਰ ਮੇਰਾ ਨਾਮ ਬਲਦੇਵ ਰਾਜ ਹੈ। ਜਿਹੜੇ ਸੁਖਚੈਨਪੁਰ ਭੋਲ ਬਧਵਾਣੀਆਂ ਵਿੱਚ ਜਿਹੜੀ ਸੀਲਾਂ ਨਜਾਇਜ਼ ਤੌਰ ਤੇ ਕੱਟੀਆਂ ਗਈਆਂ ਸੀਗੀਆਂ ਹਰੀਆਂ ਬਿਨਾਂ ਪ੍ਰਸ਼ਾਸਨ ਤੋਂ ਪਰਮਿਸ਼ਨ ਤੋਂ, ਜਦੋਂ ਪੱਤਰਕਾਰਾਂ ਦੀ ਟੀਮ ਉੱਥੇ ਕਵਰੇਜ ਕਰਨ ਗਈ ਹੈ, ਸਵੇਰੇ ਸਭ ਤੋਂ ਪਹਿਲੇ ਮੇਰੇ ਕੋਲ ਅਸ਼ਵਨੀ ਗਾਰਡ ਜਿਹਦਾ ਨਾਮ ਮੰਨਾ, ਅਸ਼ਵਨੀ ਗਾਰਡ ਮੰਨਾ, ਤੇ ਉਹਨਾਂ ਨਾਲ ਸੋਹਣ ਲਾਲ ਜਿਹੜਾ ਡੇਲੀ ਵੇਜ 'ਤੇ ਕੰਮ ਕਰਦਾ, ਤੇ ਸਾਡੀਆਂ ਖਬਰਾਂ ਵੀ ਪ੍ਰਕਾਸ਼ਿਤ ਹੋਈਆਂ ਤੇ ਉਹ ਦਫ਼ਤਰ ਵਿੱਚ ਪਹੁੰਚੇ ਤੇ ਉਹਨਾਂ ਨੇ ਸਾਨੂੰ ਮਤਲਬ ਕਈ ਗਿੜਗੜਾਉਣ ਦੀ ਕੋਸ਼ਿਸ਼ ਕੀਤੀ ਗਈ ਵੀ ਤੁਸੀਂ ਜਿਹੜਾ ਇੱਦਾਂ ਨਹੀਂ, ਇਹ ਸਭ ਤੋਂ ਪਹਿਲਾਂ ਦੀਆਂ ਵੱਢੀਆਂ ਗਈਆਂ ਜਾਂ ਸਾਰੀ ਗਾਜ। ਮੰਨਾ ਕਹਿੰਦਾ ਕਿ ਗਾਰਡ ਮੇਰੇ ਉੱਤੇ ਗਿਰ ਰਹੀ ਹੈ ਵੀ ਤੁਸੀਂ ਸਾਡੇ ਬਾਰੇ ਸੋਚੋ। ਸਰ ਅਸੀਂ ਕੀ ਸੋਚਣਾ, ਅਸੀਂ ਜਿਹੜਾ ਅੱਖਾਂ ਨਾਲ ਦੇਖਿਆ ਨਜਾਇਜ਼ ਹੈ। ਅਸੀਂ ਤਾਂ ਸੱਚਾਈ ਉਜਾਗਰ ਕੀਤੀ ਹੈ। ਸੱਚਾਈ ਜਿਹੜੀ ਉਜਾਗਰ ਕੀਤੀ ਹੈ ਉਹਦਾ ਫਲ ਇਹ ਤੁਹਾਡੇ ਸਾਹਮਣੇ ਹੈਗਾ। ਜਦੋਂ ਅਸੀਂ ਆਪਣੇ ਉੱਥੋਂ ਗਏ ਹਾਂ ਇਹੋ ਹੀ ਗਾਰਡ ਮੰਨਾ ਜਿਹੜਾ ਭੋਲ ਬਧਵਾਣੀਆਂ ਪਹੁੰਚ ਗਿਆ ਦੂਜੇ ਮੁੰਡੇ ਤੋਂ ਨਾਲ ਲੈ ਕੇ। ਭੋਲ ਬਧਵਾਣੀਆਂ ਜਦੋਂ ਅਸੀਂ ਪਹੁੰਚੇ ਹਾਂ ਇਹਨਾਂ ਨੂੰ ਪਤਾ ਸੀ ਕਿ ਅਸੀਂ ਕਵਰੇਜ ਕਰਨ ਜਾਣਾ, ਤੇ ਅੱਗੇ ਇੱਕ ਟਰੱਕ ਖੜਾ ਸੀ ਜੰਗਲ ਦੇ ਵਿੱਚ, ਉਹ ਸਾਨੂੰ ਦੇਖ ਕੇ ਭੱਜ ਗਿਆ। ਉਹ ਤੋਂ ਬਾਅਦ ਜਿਹੜੇ ਜੰਗਲ ਵਿੱਚ ਅੱਗੇ ਗਏ ਆ ਤਾਂ ਉੱਥੇ ਆਰਾ ਚੱਲਦਾ ਪਿਆ ਸੀ। ਉਸ ਤੋਂ ਬਾਅਦ ਜਿਹੜਾ ਉੱਥੋਂ ਜਿਹੜਾ ਮਾਲਕ ਸੀਗਾ ਨਰਿੰਦਰ, ਜਿਹਨੂੰ ਕੁੱਕੜ ਕਹਿੰਦੇ ਨੇ, ਉਹਨੇ ਵੀ ਪੱਤਰਕਾਰਾਂ ਦੀ ਟੀਮ ਨਾਲ ਜਿਹੜੀ ਹੈ
ਬਦਸਲੂਕੀ ਬਦਤਮੀਜ਼ੀ ਕੀਤੀ, ਜਿਹਨੂੰ ਕਹਿੰਦੇ ਗੁੰਡਾਗਰਦੀ, ਬੇਤਾਸ਼ ਗੁੰਡਾਗਰਦੀ। ਉਸ ਤੋਂ ਉਪਰੰਤ ਮੈਂ ਫੋਨ ਕੀਤਾ ਗਾਰਡ ਨੂੰ, ਮੰਨੇ ਨੂੰ, ਮੈਂ ਜੀ ਤੁਸੀਂ ਤਾਂ ਕਹਿੰਦੇ ਸਾਰਾ ਕੰਮ ਬੰਦ ਹੈ, ਕਿ ਫਾਇਰ ਸੀਜ਼ਨ ਤੋਂ ਲੈ ਕੇ ਹੁਣ ਤੱਕ ਜਿਹੜਾ ਕੰਮ ਬੰਦ ਹੈ, ਚਾਹੇ ਖੁੱਲ੍ਹਾ ਹੋਵੇ ਚਾਹੇ ਕੋਈ ਵੀ ਏਰੀਆ ਹੋਵੇ, ਕੰਮ ਟੋਟਲੀ ਬੰਦ ਹੈ ਅਗਲੇ ਹੁਕਮਾਂ ਤੱਕ। ਜਦੋਂ ਤੱਕ ਹੁਕਮ ਨਹੀਂ ਆਉਣਗੇ, ਜਦੋਂ ਤੱਕ ਕੰਮ ਜਿਹੜਾ ਹੈਗਾ ਉਹ ਬੰਦ ਹੀ ਹੈ। ਤੇ ਇਹਨਾਂ ਨੂੰ ਮੈਂ ਫੋਨ ਕੀਤਾ ਤੇ ਇਹਨਾਂ ਨੇ ਮੈਨੂੰ ਫੋਨ ਕੀਤਾ ਵੀ ਕਿੱਥੇ ਕੰਮ ਲੱਗਿਆ ਤੇ ਕਿਹਨੇ ਲਾਇਆ। ਉਹ ਸਾਰੇ ਇਹਨਾਂ ਦੀ ਡਿਊਟੀ ਬਣਦੀ ਹੈ, ਸਾਡੀ ਡਿਊਟੀ ਹੈ ਨਹੀਂ। ਸਾਡੀ ਡਿਊਟੀ ਜਿਹੜੀ ਹੈਗੀ ਹੈ, ਜਿਹੜਾ ਜੇ ਸਹੀ ਨੂੰ ਉਜਾਗਰ ਕਰਨਾ। ਇਹਨਾਂ ਪਿੰਡਾਂ ਦੇ ਵਿੱਚ ਭੋਲ ਵਧਵਾਣੀਆਂ, ਸੁਖਚੈਨਪੁਰ ਦੇ ਵਿੱਚ ਪਿਛਲੇ 5 ਸਾਲ ਤੋਂ ਲਗਾਤਾਰ ਨਜਾਇਜ਼ ਕਟਾਈ ਹੋ ਰਹੀ ਹੈ। ਪ੍ਰਸ਼ਾਸਨ ਨੇ ਜਿਹੜੀਆਂ ਅੱਖਾਂ ਮੀਟੀਆਂ ਹੋਈਆਂ, ਅੱਖਾਂ ਮੂੰਦ ਕੇ ਸੁੱਤਾ ਪਿਆ। ਜੇ ਮੀਡੀਆ ਉਜਾਗਰ ਕਰਦਾ ਹੈ ਤਾਂ ਉਹਨਾਂ 'ਤੇ ਹਮਲੇ ਕੀਤੇ ਜਾਂਦੇ ਨੇ। ਤੁਹਾਨੂੰ ਕਿਵੇਂ ਲੱਗਦਾ ਹੈ ਕਿ ਜਿਹੜਾ ਗਾਰਡ ਆ ਉਹਨਾਂ ਦੇ ਨਾਲ ਮਿਲਿਆ ਹੋਇਆ ਹੈ? ਗਾਰਡ ਇਸ ਤਰ੍ਹਾਂ ਕਿ ਜਦੋਂ ਸਵੇਰੇ ਮੇਰੇ ਕੋਲ ਆਉਣ ਦੀ ਉਹਨਾਂ ਨੂੰ ਕੋਈ ਲੋੜ ਹੀ ਹੈ ਨਹੀਂ ਸੀ। ਸਾਡਾ ਕੰਮ ਹੈ ਖਬਰਾਂ ਲਾਣਾ, ਜੋ ਸੱਚਾਈ ਆ ਅਸੀਂ ਉਜਾਗਰ ਕੀਤੀ। ਖਬਰ ਲੱਗਣ ਤੋਂ ਬਾਅਦ ਜਦੋਂ ਉਹਨਾਂ ਨੂੰ ਗਾਰਡ ਨੂੰ ਤਿਰਮੇਰੀਆਂ, ਜਿਹਨੂੰ ਕਹਿੰਦੇ ਕਿ ਕਾਲੀਆਂ ਮਰੋੜੀਆਂ ਮਿਰਚਾਂ ਲੱਗੀਆਂ ਇਹਨਾਂ ਨੂੰ, ਫਿਰ ਉਹ ਤੋਂ ਬਾਅਦ ਇਹ ਕਹਿੰਦੇ ਤੁਸੀਂ ਜੰਗਲ ਦੇ ਵਿੱਚ ਨਹੀਂ ਜਾਣਾ। ਉਹ ਤੋਂ ਬਾਅਦ ਪੱਤਰਕਾਰਾਂ ਦੀ ਟੀਮ ਜੰਗਲ ਵਿੱਚ ਗਈ, ਉੱਥੇ ਆਰਾ ਚੱਲਦਾ ਪਿਆ ਸੀ। ਤੇ ਹੋਰ ਵੀ ਪਤਾ ਲੱਗਿਆ ਕਿ ਚੀਲਾਂ ਜਿਹੜੀਆਂ ਨਜਾਇਜ਼ ਤੌਰ 'ਤੇ ਕੱਟੀਆਂ ਹੋਈਆਂ ਨੇ। ਤੇ ਸਾਡੇ ਜਾਣ ਤੋਂ ਪਹਿਲੇ ਇਹਨਾਂ ਨੇ ਰਸਤਾ ਰੁਕਾਤਾ ਸੀ, ਜਿਸ ਰਸਤੇ ਅਸੀਂ ਜਾਣਾ ਸੀ ਨਾ, ਜਿੱਥੇ ਕਵਰਿੰਗ ਕਰਨ, ਪਹਿਲੇ ਹੀ ਇਹਨਾਂ ਨੇ ਵਾਰਦਾਤ ਜਿਹੜੀ ਸਾਡੇ 'ਤੇ ਕਰਵਾਤੀ। ਉੱਥੇ ਇੱਕ ਲੇਡੀ, 2 ਮੁੰਡੇ ਨਾਲ ਸੀ, ਜਿਨ੍ਹਾਂ ਨੇ, ਅਸੀਂ ਅਜੇ ਮੋਟਰਸਾਈਕਲ 'ਤੇ ਹੀ ਸੀ ਤੇ ਜਿਹੜੀ ਟੀਮ ਸੀਗੀ ਸਾਡੀ, ਤੇ ਅਜੇ ਜਿੱਦਾਂ ਹੀ ਅਸੀਂ ਮੋਟਰਸਾਈਕਲ 'ਤੇ ਉਤਰੇ, ਇਹਨਾਂ ਨੇ ਸਾਡੇ 'ਤੇ ਅਟੈਕ ਕਰਨਾ ਸ਼ੁਰੂ ਕਰਦੇ। ਕਹਿੰਦੇ ਸਾਡੀਆਂ ਇਧਰ ਜ਼ਮੀਨਾਂ, ਤੁਹਾਡਾ ਇੱਥੇ ਕੀ ਕੰਮ ਹੈ? ਪੰਜਾਬ ਸਰਕਾਰ ਤੋਂ ਕੀ ਮੰਗ ਕਰਦੇ ਤੁਸੀਂ? ਪੰਜਾਬ ਸਰਕਾਰ ਤੋਂ ਇਹ ਮੰਗ ਕਰਦੇ ਹਾਂ ਕਿ ਪਿਛਲੀ ਸਰਕਾਰਾਂ ਦੇ ਟਾਈਮ ਜਿਹੜੀ ਗੁੰਡਾਗਰਦੀ, ਫੁੱਲ ਗੁੰਡਾਗਰਦੀ ਰਹੀ ਹੈ, ਹੁਣ ਵੀ ਜਿਹੜੀ ਉਸੇ ਤਰ੍ਹਾਂ ਚੱਲ ਰਹੀ ਹੈ, ਇਹਨੂੰ ਜਿਹੜੀ ਨਕੇਲ ਪਾਈ ਜਾਏ। ਜਿਹੜੇ ਇਸ ਤਰ੍ਹਾਂ ਦੇ ਲੋਕ ਹੈਗੇ, ਇਹਨਾਂ ਨੂੰ ਨੱਥ ਪਾਈ ਜਾਏ, ਤਾਂ ਕਿ ਅੱਗੇ ਤੋਂ ਕਿਸੇ ਹੋਰ ਨਾਲ ਇਦਾਂ ਦਾ ਕੰਮ ਨਾ ਕਰ ਸਕਣ। ਪੱਤਰਕਾਰਾਂ ਦੇ ਉੱਤੇ ਹਮਲਾ ਹੋਇਆ ਜੀ, 3 ਪੱਤਰਕਾਰਾਂ ਦੇ ਉੱਤੇ, ਜਿਹੜੇ ਕਟਾਉਣ ਮਾਫੀਆ ਨੇ ਕੀਤਾ ਸੀ 12 ਤਰੀਕ ਨੂੰ, ਕੀ ਕਾਰਵਾਈ ਕੀਤੀ? ਹਾਂਜੀ, ਇਹ ਸਾਨੂੰ ਇਤਲਾਹ ਮਿਲੀ ਸੀ ਜੀ ਕਿ ਸਾਡੇ 3 ਪੱਤਰਕਾਰ ਬਲਦੇਵ ਰਾਜ, ਅਜੇ ਠਾਕੁਰ ਅਤੇ ਵਿਜੇ ਸਰਾਰੀਆ, ਜਿਹੜੇ ਇਹ ਪੱਤਰਕਾਰ ਭਾਈਚਾਰੇ ਨਾਲ ਸੰਬੰਧਿਤ ਆ, ਇਹ ਇੱਕ ਕਵਰੇਜ ਕਰਨ ਗਏ ਸੀ ਇੱਥੇ ਭੂਲ ਬਦਵਾਨੀਆ ਜੰਗਲ ਦੀ। ਉੱਥੇ ਜੰਗਲ ਦੇ ਵਿੱਚ ਇੱਕ ਔਰਤ ਅਤੇ 2 ਵਿਅਕਤੀਆਂ ਵੱਲੋਂ ਮਿਲੀ ਭੁਗਤ ਕਰਕੇ ਹੋਰ ਵਿਅਕਤੀਆਂ ਦੇ ਨਾਲ ਇਹਨਾਂ 'ਤੇ ਹਮਲਾ ਕੀਤਾ ਗਿਆ, ਜਿਸ ਕਰਕੇ ਬਲਦੇਵ ਠਾਕੁਰ ਦੇ ਸੱਟਾਂ ਲੱਗੀਆਂ ਸੀ। ਉਹਦਾ ਬਿਆਨ ਲਿਖ ਕੇ ਅਸੀਂ ਮੁਕੱਦਮਾ ਨੰਬਰ 68 323 341 506 34 IPC ਵਿੱਚ ਦਰਜ ਕਰਕੇ ਅਸੀਂ ਹੁਣ ਤਫਤੀਸ਼ ਅਮਲ ਵਿੱਚ ਲਿਆਂਦੀ। ਇਸ 'ਚ ਹੋਰ ਵੀ ਕੋਈ ਦੋਸ਼ੀ ਪਾਏ ਗਏ, ਉਹਨਾਂ ਦੇ ਬਰਖਲਾਫ ਕਾਰਵਾਈ ਕੀਤੀ ਜਾਊਗੀ। ਕਿੰਨਾਂ ਦੇ ਬਿਆਨ ਕਲਮਬੰਦ ਹੋ ਗਏ ਨੇ ਸਰ? ਹਾਂਜੀ, ਅਜੇ ਬਲਦੇਵ ਰਾਜ ਦੇ ਬਿਆਨ ਕਰ ਲਏ। ਬਾਕੀ ਜਿਹੜੇ ਕੋਈ ਪੱਤਰਕਾਰ ਭਾਈਚਾਰੇ ਜਦੋਂ ਉਹ ਬਿਆਨ ਦਰਜ ਕਰਾਉਣਗੇ, ਜੇ ਉਹਨਾਂ ਦੇ ਬਿਆਨਾਂ ਦੇ ਵਿੱਚ ਵੀ ਕੋਈ ਬੰਦਾ ਨੋਮੀਨੇਟ ਕਰਨ ਵਾਲਾ ਹੋਵੇ, ਅਸੀਂ ਉਹ ਵੀ ਕਰਾਂਗੇ ਜੀ। ਜਿਹੜਾ ਇੱਕ ਬਲਦੇਵ ਰਾਜ ਨੇ ਬਿਆਨ ਦੇ ਵਿੱਚ ਦਿੱਤਾ, ਸਾਨੂੰ ਦੱਸਿਆ, ਪੱਤਰਕਾਰਾਂ ਨੂੰ ਦੱਸਿਆ ਵੀ ਜਿਹੜਾ ਅਸ਼ਵਨੀ ਕੁਮਾਰ ਗਾਰਡ ਆ, ਉਹ ਇਹਦੇ 'ਚ ਇਨਵੋਲਵ ਆ। ਗਾਰਡ ਦਾ ਇੱਕ ਉਹਨਾਂ ਨੇ ਕਹਿ ਰਹੇ ਆ ਜੀ, ਜੇ ਉਹ ਗਾਰਡ ਵੀ ਇਨਵੋਲਵ ਹੋਇਆ ਤਾਂ ਅਸੀਂ ਉਹਦੇ ਪਰ ਖਰਬੰਦੀ ਕਾਰਵਾਈ ਕਰਾਂਗੇ। ਕਿਸੇ ਦੀ ਅਰੈਸਟ ਪਈ? ਹਾਂਜੀ, ਉਹ ਦੌੜੇ ਆ ਜੀ, ਘਰ ਤੋਂ ਵਿੱਚੋਂ ਰੇਡ ਕੀਤਾ ਵਾ। ਅਸੀਂ 1 ਦਿਨ ਦੇ ਵਿੱਚ ਉਹਨੇ ਗ੍ਰਿਫਤਾਰੀ ਪਾ ਲਾਂਗੇ।